हाँ जी, so we were doing the chapter water. इसका next topic is energy. So what is energy? How it is used in water? How is energy used in water? किस तरह से energy ਜਿਹੜੀ ਹੈਗੀ ਹੈ water ਲਈ use ਹੁੰਦੀ ਹੈ? What are the different sources? सब तो पहला ਜਿਹੜਾ ਹੈਗਾ that is energy sources होंगे tidal, wind energy, power energy. ठीक है, why they are uses? ਉਹਨਾਂ ਨੂੰ ਕਿਉਂ यूज ਕੀਤਾ ਜਾਂਦਾ ਹੈ? ਵਾਟਰ ਜਨਰੇਸ਼ਨ 'ਚ ਇਹਨਾਂ ਸਾਰੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ. ਇਹਦੇ ਵਿੱਚ ਅਸੀਂ ਇਹ ਦੇਖਣਾ ਨੈਚੁਰਲ ਰਿਸੋਰਸਸ ਕਿਹੜੇ ਨੇ ਜਿਹੜੇ ਕਿ ਸਾਨੂੰ ਪਾਣੀ ਦੇ ਲਈ ਯੂਸਫੁਲ ਹੁੰਦੇ ਨੇ. ਵਾਟ ਆਰ ਨੈਚੁਰਲ ਰਿਸੋਰਸਸ? ਸਭ ਤੋਂ ਵੱਡੀ ਚੀਜ਼ ਹੈਗੀ ਹੈ ਨੈਚੁਰਲ ਰਿਸੋਰਸਸ ਕੀ ਹੁੰਦੇ ਨੇ? ਯੈਸ ਗੌਤਮ. land, water, air, atmosphere, all these are natural resources ਜਿਹੜੀ ਸਾਨੂੰ ਨੇਚਰ ਤੋਂ ਮਿਲਦੀਆਂ. ठीक है, then what natural resources do you know? ਕਿਹੜੇ ਕਿਹੜੇ natural resources ਤੁਹਾਨੂੰ ਪਤਾ ਨੇ? wind ਪਤਾ, ਠੀਕ ਹੈ, ਕਿਉਂਕਿ ਆਪਾਂ solar energy ਉੱਤੋਂ ਪ੍ਰੋਡਿਊਸ ਹੁੰਦੀ ਹੈ. solar energy, wind energy, ਠੀਕ ਹੈ, tidal energy, tides ਬਣਨਗੀਆਂ ਵਾਟਰ ਬਣਦਾ, ਵਾਟਰ ਕਰੰਟਸ ਬਣਦੇ ਨੇ. ਠੀਕ ਹੈ, ਉਹਦੇ ਇਲਾਵਾ soil, soil ਸਭ ਤੋਂ ਵੱਡੀ natural resource ਹੈ for us. ਅਸੀਂ soil ਦੇ ਥਰੂ ਹੀ ਆਪਣਾ ਪ੍ਰੋਡਕਟਿਵਿਟੀ ਹੁੰਦੀ ਹੈ. ਖੇਤ ਖਲਿਆਣ ਸਾਰੇ soil ਤੇ ਨੇ. ਸਾਡੇ ਘਰ ਪੂਰੀ ਧਰਤੀ ਸੋਇਲ ਤੇ ਡਿਪੈਂਡੈਂਟ ਹੈਗੀ. ਸੋ ਥੀਸ ਆਰ ਦ ਨੈਚੁਰਲ ਰਿਸੋਰਸਸ ਵਿਚ ਯੂ ਨੋ. ਠੀਕ ਹੈ, ਨੈਚੁਰਲ ਰਿਸੋਰਸਸ ਜਿਹੜੇ ਨੇ ਹਿਊਮਨ ਬੀਇੰਗਸ ਦੇ ਡਿਫਰੈਂਟ ਤਰ੍ਹਾਂ ਯੂਜ਼ ਹੁੰਦੇ ਨੇ. ਕ੍ਰੌਪ ਸਭ ਤੋਂ ਵੱਡੀ ਨੈਚੁਰਲ ਰਿਸੋਰਸ ਤੁਹਾਡੀ ਕ੍ਰੌਪ ਹੈ. ਹੈਬਿਟੈਟ, ਵਾਟ ਇਜ਼ ਨੈਚੁਰਲ ਹੈਬਿਟੈਟ? ਪੂਰਾ ਇਕੋਸਿਸਟਮ ਜਿਹਦੇ ਵਿੱਚ ਪਲਾਂਟਸ, ਬਾਇਓਟਿਕ, ਏਬਾਇਓਟਿਕ ਕੰਪੋਨੈਂਟਸ, ਉਹਦੇ ਇਲਾਵਾ ਹਿਊਮਨ ਬੀਇੰਗਸ, ਸਾਡਾ ਸਰਵਾਈਵਲ, ਇਹ ਸਾਰਾ ਕੁਝ ਨੈਚੁਰਲ ਰਿਸੋਰਸਸ ਦੇ ਥਰੂ ਹੀ ਹੁੰਦਾ ਹੈ. ਉਹਦੇ ਇਲਾਵਾ ਦ ਬਿਗੇਸਟ ਰਿਸੋਰਸ ਜਿਹੜੇ ਚੈਪਟਰ ਅਸੀਂ ਪੜ੍ਹ ਰਹੇ ਵਾਟਰ. ਠੀਕ ਹੈ, ਹੁਣ ਇਹ ਦੇਖੋ ਧਰਤੀ ਦੇ ਥੱਲੇ ਵੋਲਕੈਨਿਕ ਇਰਪਸ਼ਨਸ ਵੀ ਹੁੰਦੀਆਂ ਨੇ. ਅਸੀਂ ਫਿਰ ਉਸੇ ਰੀਜ਼ਨ ਤੇ ਆ ਜਾਵਾਂਗੇ ਬਿਕੋਜ਼ ਆਫ ਡੀਫੋਰੈਸਟੇਸ਼ਨ. ਠੀਕ ਹੈ, ਸੋ ਆਲ ਦਿਸ ਇਜ਼ ਵੈਰੀ ਮਚ ਇੰਪੋਰਟੈਂਟ. ਹੁਣ ਇਹ ਦੇਖੋ ਸਭ ਤੋਂ ਵੱਡੀ ਚੀਜ਼ ਧਰਤੀ ਦੇ ਥੱਲੇ ਮੈਟਲਸ, ਵਾਟਰ ਦ ਮੋਸਟ ਨੈਚੁਰਲ ਰਿਸੋਰਸ ਜਿਹੜੇ ਆਪਾਂ ਪੜ੍ਹ ਰਹੇ ਹਾਂ. ਠੀਕ ਹੈ, ਵਾਟਰ ਇਨਵਾਈਟਸ ਦ ਐਵਰੀਥਿੰਗ. ਇਫ ਦੇਰ ਇਜ਼ ਵਾਟਰ ਦੇਰ ਇਜ਼ ਐਵਰੀਥਿੰਗ. ਲੈਂਡ ਐਂਡ ਵਾਟਰ ਆਰ ਯੋਰ ਬੇਸਿਕ ਰਿਕੁਆਇਰਮੈਂਟਸ. ਤੁਹਾਡੀ ਬੇਸਿਕ ਰਿਕੁਆਇਰਮੈਂਟ ਹੀ ਇਹ ਚੀਜ਼ ਬਣਦੀ ਹੈ. ਕ੍ਰੌਪਸ and crops are grown on the land and land is supported by water. If there is water then the crop will be grown. ਕੱਲ ਪਰਸੋਂ ਜਿਹੜਾ ਤੁਸੀਂ ਚੈਪਟਰ ਪੜ੍ਹਿਆ ਸੀਗਾ, ਚੈਪਟਰ ਵਿੱਚ ਪੜ੍ਹਿਆ ਸੀਗਾ ਡਰਾਟ, ਸੁੱਖਾ ਕਾਲ, ਉੱਥੇ ਪੈ ਰਿਹਾ ਜਿੱਥੇ ਪਾਣੀ ਦੀ ਕਮੀ ਹੈ. ਫੋਰੈਸਟ ਆਪਾਂ ਡੀਫੋਰੈਸਟੇਸ਼ਨ ਵਾਲੇ ਚੈਪਟਰ 'ਚ ਵੀ ਪੜ੍ਹਿਆ ਸੀਗਾ. ਫੋਰੈਸਟ ਇਜ਼ ਇੰਪੋਰਟੈਂਟ. ਇਫ देयर आर नो फॉरेस्ट बहुत कुछ नुकसान हो जाता है. वाटर स्कैर्सिटी हो जाती है, पूरा इकोलॉजिकल बैलेंस डिस्टर्ब हो जाता है. ठीक है, सो वाटर इज द मोस्ट इंपॉर्टेंट एलिमेंट. फॉरेस्ट, रेन फॉरेस्ट, ਅਸੀਂ डेसिडुअस पढ़े सीगे, ट्रॉपिकल रेन फॉरेस्ट. इफ देयर आर रेन फॉरेस्ट, नाउ सी द हैबिटेट इज आल्सो देयर. नेचुरल हैबिटेट रेन फॉरेस्ट तो ही ਬਣਦੇ ਨੇ. ਉਹਦੇ ਇਲਾਵਾ ਕੋਲ, ਆਇਲ ਐਂਡ ਗੈਸ ਜਿਹੜੇ ਧਰਤੀ ਦੇ ਥੱਲੇ, ਉਹ ਸਾਰੇ ਨੈਚੁਰਲ ਰਿਸੋਰਸਸ ਜਿਹੜੇ ਨੇ ਸਾਨੂੰ. ਵੀ ਨੀਡ ਕੋਲ, ਵੀ ਨੀਡ ਆਇਲ. ਵਿਚ ਆਇਲ? ਕਰੂਡ ਆਇਲ. ਤੇ ਕਰੂਡ ਆਇਲ ਕਿੱਥੋਂ ਬਣਦਾ ਹੈ? ਧਰਤੀ ਦੇ ਥੱਲੇ ਜਿਹੜਾ ਆਇਲ ਹੈ ਉਹ ਕਿੱਥੋਂ ਬਣ ਰਿਹਾ ਹੈ? फ्रॉम दोज, याद है स्टोरी बहुत साल पहले पहाड़ के ऊपर जानवर मरा था, ਉਹਦੇ ਜਿਹੜੇ ਫॉसिल ਰਿਮੇਨਸ ਨੇ, ਉਹਦੇ ਜਿਹੜੇ ਅੰਸ਼ ਨੇ ਜਿਹੜੇ ਧਰਤੀ ਦੇ ਅੰਦਰ ਚਲੇ ਗਏ ਨੇ,
that makes the oil, right? सब तो ज़्यादा crude oil, crude oil petroleum से use होता है. Now every day how you travel, ठीक है? How you travel? Suppose तुसी दूरों आना है, you need petrol, you need oil, and how oil is provided from this crude oil. Gas, a lot of gaseous material is there. Layers deep down the earth, or all this is known as natural resources. Main साडा जिहड़ा हैगा, what is an energy resource? साडा energy resource किहड़ा हैगा, and what type of energy resources do you know? You can see this part of the earth, ठीक है? And see how much water is there on the earth. ਜਿਹੜੀ ਇਹ ਵਾਲੀ पिक्चर है, mostly you ਤੁਸੀਂ ਕਦੀ नेट ਤੇ चेक करो, pictures taken of earth from the side of the Pacific Ocean. ਜਦੋਂ ਤੁਸੀਂ ਮੋਸਟਲੀ ਅਰਥ ਦੀ ਗਲੋਬ ਦੀ ਪਿਕਚਰ ਹੁੰਦੀ ਹੈ, ਦੇਖਦੇ ਹੋ ਤੁਸੀਂ ਸਾਰਿਆਂ ਨੇ ਗਲੋਬਸ ਦੇਖੇ ਨੇ, ਗ੍ਰੀਨ ਹੁੰਦਾ ਹੈ, ਕੰਟਰੀਜ਼ ਵਗੈਰਾ ਹੁੰਦੇ ਨੇ, ਪੈਸੀਫਿਕ ਓਸ਼ਨ ਦੀ ਸਾਈਡ ਤੋਂ ਅਰਥ ਦੀ ਪਿਕਚਰ ਇਸ ਤਰ੍ਹਾਂ ਦੀ ਹੁੰਦੀ ਹੈ. ਵਾਟਰ ਬੋਡੀ ਇਜ਼ ਸੀਨ ਆਲਮੋਸਟ ਕਵਰਿੰਗ most of the area of the planet earth. Now natural resources ਕਿਹੜੇ ਨੇ, such as oil, gas, coal, wood, wind, sunlight, waves. ਇਹ ਕਾਹਦੇ ਲਈ use ਹੁੰਦੇ ਨੇ? To produce energy. So these are known as the most energy resources. ਅਗਰ ਇਹ ਨਾ ਹੋਣ, this you have seen, ਕਈ ਵਾਰ ਤੁਸੀਂ turbine machines ਦੇਖੀਆਂ ਨੇ, wind energy. This is solar plants. ठीक है, solar power plants. Ships किमें manage ਹੁੰਦੀਆਂ ਨੇ because of these tides. Coal, the basic ingredient ਜਿਹੜਾ mostly ਹੁਣ ਵੀ ਕਈ ਲੋਕੀ use ਕਰਦੇ ਨੇ, ठीक है. How is coal produced? It is a natural resource. Wind, water, waves. ਇਹ water waves ਤੋਂ ਹੀ tides ਬਣਦੀਆਂ ਨੇ. ਟਾਈਡਸ ਜਿਹੜੀਆਂ ਹੁੰਦੀਆਂ ਨੇ ਸਮੁੰਦਰ 'ਚ ਟਾਈਡ ਬਣਦੀ ਹੈ ਨਾ, ਲਹਿਰੇ ਸਮੁੰਦਰ ਦੀ ਟਾਈਡ ਬਣਦੀਆਂ ਨੇ ਫਰੋਮ ਦਾ ਵਾਟਰ ਵੇਵਸ. ਸਨਲਾਈਟ ਹੀ ਸੋਲਰ ਪੈਨਲ ਨੂੰ ਚਲਾਉਂਦੀ ਹੈ. ਸੋਲਰ એનર્ਜੀ ਇਜ਼ ਡਾਇਰੈਕਟਲੀ ਟੇਕਨ ਫਰੋਮ ਦਾ ਸਨਲਾਈਟ, ਨਾਟ ਫਰੋਮ ਦਾ ਮੂਨਲਾਈਟ. ਸਨਲਾਈਟ. ਆਇਲ ਐਂਡ ਗੈਸ, ਕਰੂਡ ਆਇਲ ਐਂਡ ਗੈਸ ਜਿਹੜੇ ਨੇ ਅਸੀਂ ਐਕਸਟ੍ਰੈਕਟ ਕਰਦੇ ਧਰਤੀ ਤੋਂ, ਉਹ ਸਾਰੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸ਼ਿਪਮੈਂਟ ਦੇ ਥਰੂ ਜਾਂਦੇ ਨੇ. That is how crude oil is provided all over the world. Now what are non-renewable energy resources and what is a renewable energy resources? Non-renewable क्या की चीज होती है? ਜਿਹੜੀ ਜਿਹੜੀ renew ना हो सके, तो renewable ਜਿਹੜੀ renew हो सके, ਇਹਦਾ ਮਤਲਬ ਕੀ ਹੋਇਆ? What is meant by that? नॉन रिन्यूएबल जिमें कि ऑयल, नेचुरल गैस एंड कोल इजीली रिप्लेस नहीं हो सकते, क्योंकि ये मिलियन ईयर्स लगाते हैं बनने च. आई कैन नॉट से कि हाँ जी इस धरती तो ऑयल निकलता, सारा ऑयल यूज हो गया, चलो जी 4 दिन से दोबारा बन जाएगा. नो, नॉट एट ऑल. ऑयल बनने च करोड़ों साल लगते हैं. फॉसिल रिमेन्स ਜਿਹੜੇ ਅੰਦਰ ਨੇ ਉਹਨਾਂ ਨੂੰ ਗਲਣ ਚ, ਉਹਨਾਂ ਨੂੰ ਡੀਕੰਪੋਜ਼ ਹੋਣ ਚ, देयर इज अ प्रोसेस नोन एज डीकंपोजिशन. व्हाट इज डीकंपोजिशन? ਕੀ ਹੁੰਦੀ ਹੈ? ਕੀ ਹੁੰਦੀ ਹੈ? ਹਾਂਜੀ ਬੇਟਾ ਬੋਲੋ. ਸਾਰੇ ਉਹਨਾਂ ਦੇ ਰਿਮੇਨਸ ਨੂੰ ਖਤਮ. यस, पर डीकंपोजिशन ਦੀ प्रोसेस स्लो ਹੁੰਦੀ है. You cannot say अभी वो पहाड़ पे जो डायनासोर हो रहा था 4 दिन में उससे हमें फॉसिल मिल जाएगा. नो, इट टेक crores and crores, बहुत साल लगते हैं डीकंपोज होने की चीज. सो दीज आर नॉन रिन्यूएबल, क्योंकि एकदम तेल दोबारा नहीं बनेगा. मिलियंस ऑफ इयर्स टू फॉर्म अगेन. ठीक है, ਅਸੀਂ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਯੂਜ਼ ਕਰ ਰਹੇ ਨੇ. ਹੁਣ ਮੈਂ ਐਗਜ਼ਾਮਪਲ ਦਿੱਤਾ ਸੀ, ਜਿਸ ਤਰ੍ਹਾਂ ਇੱਕ ਘਰ 'ਚ ਇੱਕ ਕਨਵੈਂਸ ਨਹੀਂ ਹੈ, ਹਰ ਇੱਕ ਕੋਲ ਆਪਣੀ ਆਪਣੀ ਹੈਗੀ ਹੈ, ਅਤੇ ਤੁਸੀਂ ਸਾਰੇ ਪੈਟਰੋਲ ਭਰਵਾਉਂਦੇ ਹੋ. ਠੀਕ ਹੈ ਨਾ, सब लोग पेट्रोल, हम साढ़े घर च 2-2 3-3 कन्वेंस ने. एवरीबडी हर एक ਨੂੰ ਹੁਣ ਅਸੀਂ ਮੈਂ ਜਲਦੀ ਆਣਾ ਹੁੰਦਾ, ਹਰ ਇੱਕ ਕੋਲ ਅਗਰ ਨਾ ਹੋਵੇ ਕਿਸ ਤਰ੍ਹਾਂ ਆਵਾਂਗੇ? ਤੁਸੀਂ ਕਹੋਗੇ 7 ਵਜ ਗਏ, ਮੈਡਮ ਕਿੱਥੇ ਹੈ? ਤਾਂ ਮੈਡਮ ਉਹ ਤੁਰਦੀ ਆ ਰਹੀ ਹੈ ਪਤਾ ਨਹੀਂ ਕਿੱਧਰੋਂ. ਸੋ एवरीबडी नीड्स अ कन्वेंस टू रीच फास्टर.
ठीक है, यू हैव टू गो ऑन वर्क। ਤੁਹਾਨੂੰ ਪਤਾ ਮੇਰੀ 9 ਵਜੇ ਤੱਕ ਕਲਾਸ ਹੈ, 8 ਵਜੇ ਤੱਕ, ਜਿੰਨੀ ਵਜੇ ਤੱਕ ਤੁਹਾਡੀ 9 9:30 10 ਵਜੇ ਡਿਊਟੀ ਪਹੁੰਚੇ, ਤੁਸੀਂ ਫਿਰ 9:15 ਵੀ ਚਲੋਗੇ, ਤੁਸੀਂ ਐ ਪਹੁੰਚੋਗੇ। ਕਿਉਂ? ਬਿਕੋਜ਼ ਯੂ ਹੈਵ ਗੋਟ ਅ ਬਾਈਕ ਔਰ ਸਕੂਟੀ ਵਟਐਵਰ, ਉਹਦੇ 'ਚ ਤੇਲ ਪੈਂਦਾ। ਸੋ ਐਵਰੀਬਡੀ ਹੈਜ਼ ਗੋਟ ਅ ਕਨਵੈਂਸ। ਜਲਦੀ ਜਲਦੀ ਤੇਲ ਖਤਮ ਹੋ ਰਿਹਾ ਹੈ ਬਿਕੋਜ਼ ਐਵਰੀਬਡੀ ਇਜ਼ ਰੀਫਿਲਿੰਗ। ਐਂਡ ਸਿਰਫ ਸਾਡੇ 1-2 ਘਰਾਂ ਦੀ ਤਾਂ ਗੱਲ ਨਹੀਂ ਹੈ, lakhs crores of people are using। ਠੀਕ ਹੈ, तो अगर जल्दी ही यह खत्म हो गया तो किवें असीं दोबारा धरती दे थल्ले वो किस तरह बढ़ेगा? इट टेक्स मिलियंस ऑफ years to create crude oil। now renewable sources, renewable किहड़े हुंदे ने? सनलाइट, हर रोज सूरज दादा निकलते हैं। ठीक है, विंड होण ते विंड बहुत वधिया तरीके नाल चलेगी। ਹੁਣ ਦਰਸ਼ਨ ਘੱਟ ਹੋਣਗੇ ਸੂਰਜ ਦਾਦਾ ਦੇ, ਹੁਣੇ ਛੁੱਟੀਆਂ ਤੇ ਗਏ। ਠੀਕ ਹੈ ਨਾ, ਹੁਣ 2-4 ਦਿਨ ਤੋਂ ਬਾਰਿਸ਼ ਹੋ ਰਹੀ ਸੀਗੀ। what type of climate was there? so but these are all renewable energy resources। wind power, wave, hawa, solar power are main energy resource। sunlight, sun rays are biofuel and can be easily replaced and will not run out। सूरज दादा छुट्टी दे हुंदे नहीं है, हुंदे जरूर ने, मतलब देर एवरीडे सूरज तो निकलता है। हुण चलो सर्दी का मौसम है, दिखदा घट, बट यस एवरी डे दिस एनर्जी रिसोर्स इज देयर। wind is every day there, so these are renewable because every day we get it। ठीक है, समझ आई बेटे? रिन्यूएबल एंड नॉन रिन्यूएबल ਦੇ ਵਿੱਚ ਡਿਫਰੈਂਸ। नॉन रिन्यूएबल एनर्जी रिसोर्सेज, नेचुरल गैस, ऑयल, पेट्रोलियम, कोल, न्यूक्लियर पावर। कोल भी धरती के थल्लों ही आता है। व्हेन दीज डिप्लेनिश, जब खत्म हो जाए, हाउ विल इट विल रीजनरेट? ਇਹਦੀ ਰੀਜਨਰੇਸ਼ਨ ਆਪਾਂ ਕਿਵੇਂ ਕਰਾਂਗੇ? ਰਾਈਟ, ਆਇਲ ਐਂਡ ਪੈਟਰੋਲੀਅਮ the biggest importance in these days। ਇਸੇ ਆਇਲ ਪੈਟਰੋਲੀਅਮ ਨਾਲ ਸਿਰਫ ਇਹੀ ਚੀਜ਼ ਨਹੀਂ ਹੈ ਕਿ ਸਿਰਫ ਬਾਈਕਸ ਦੇ ਤੇਲ, ਆਇਲ ਐਂਡ ਪੈਟਰੋਲੀਅਮ, ਲਿਕੁਇਡ ਪੈਟਰੋਲੀਅਮ ਗੈਸ, LPG used in everyday houses, cooking। ਹੁਣ ਅਸੀਂ ਇਹ ਤੇ ਕਹਿ ਨਹੀਂ ਸਕਦੇ ਕਿ मैडम जंगल से लकड़ी लेने गई है तब चाय पिएगी एंड शील कम ऑन ड्यूटी। फटाफट खाना पीना बनाना होता है सुबह सुबह। सो LPG, लिक्विड पेट्रोलियम गैस, फ्रॉम वेयर इट विल कम? अगर असी इसी तरह रिप्लेनिश कर देंगे, खत्म कर देंगे, फिनिश कर देंगे, राइट? कोल, न्यूक्लियर पावर प्लांट्स, ऑल दीज आर नॉन रिन्यूएबल क्योंकि इन्हां दी दोबारा बनन च मिलियंस ऑफ ईयर्स लगणगे। क्रूड ऑयल, Earth's crude oil and natural gas is formed from marine plants and animals that died। वही चीज आ गई ना, millions of years, marine plants and animals। ये तो बाबा आदम के जमाने तक पहुंच गए सी, जेडी millions years साल पहले मरे ने। डायनासोर से जेडे ट्रैपेवोरस डायनासोर्स ने, प्लस हर्बीवोरस और कार्निवोरस, दो तरह के डायनासोर सी। व्हाट इज हर्बीवोरस? जेडे प्लांट्स को खाते हैं। व्हाट इज कार्निवोरस? जेडे, हाँ ठीक है। हम हुन डायनासोर ਅਸੀਂ ਕਿੱਥੋਂ ਲਿਆ ਕੇ ਦੁਬਾਰਾ ਮਾਰੀਏ ਤਾਂ ਕਿ ਉਹਦੇ ਕ੍ਰੂਡ ਆਇਲ ਬਣੇ। ਸੋ these are ਜਿਸ ਤਰ੍ਹਾਂ ਫੋਟੋਪਲੈਂਕਟਨ ਐਂਡ ਜ਼ੂਪਲੈਂਕਟਨ, ਆਰਗੈਨਿਕ ਰਿਚ ਸੈਡੀਮੈਂਟਸ। ਹੁਣ ਦੇਖੋ ਲੇਅਰਸ ਆਫ ਸੈਡੀਮੈਂਟ ਸੋਇਲ ਦੀ ਲੇਅਰਸ, ਠੀਕ ਹੈ। ਡੈਡ ਮਾਈਕਰੋਸਕੋਪਿਕ ਐਨੀਮਲਸ ਔਰ ਪਲਾਂਟ, ਇਹ ਕੀ ਹੁੰਦੇ ਨੇ ਜਿਹੜੇ ਡੈਡ ਮਾਈਕਰੋਸਕੋਪਿਕ। व्हाट इज ਮਾਈਕਰੋਸਕੋਪਿਕ ਐਨੀਮਲ ਐਂਡ ਪਲਾਂਟ? ਮਾਈਕਰੋਸਕੋਪ ਕੀ ਹੁੰਦਾ ਹੈ? ਜਿਹਦੇ ਨਾਲ ਆਪਾਂ ਰਿਪੋਰਟਸ ਵਗੈਰਾ ਦੇਖਦੇ ਨੇ। ਮਾਈਕਰੋਸਕੋਪਿਕ ਐਨੀਮਲਸ ਐਂਡ ਪਲਾਂਟ ਜਿਹੜੇ ਅਸੀਂ ਇਸ ਤਰ੍ਹਾਂ ਨੇਕਡ ਆਈ ਨਾਲ ਨਹੀਂ ਦੇਖ ਸਕਦੇ, ਵੀ ਜਸਟ ਨੀਡ ਟੂ ਸੀ ਥਰੂ ਦਾ ਮਾਈਕਰੋਸਕੋਪਿਕ ਲੈਂਸ। ਉਹ ਸਾਰੇ ਕਿੱਥੇ ਹੁੰਦੇ ਨੇ? ਦੇ ਸਿੰਕ ਐਟ ਦਾ ਬਾਟਮ ਆਫ ਓਸ਼ਨ। ਓਸ਼ਨਸ ਦੀ ਗਹਿਰਾਈ ਦੇ ਥੱਲੇ ਉਹ ਸਿੰਕ ਹੋ ਜਾਂਦੇ ਨੇ, ਦਬ ਜਾਂਦੇ ਨੇ। and become buried with other sediments। और तरह के sediments ਦੇ ਨਾਲ ਉਹ ਬਰੀ ਹੋ ਜਾਂਦੇ ਨੇ। sand and mud ਹੈ ਸਾਰੀ ocean ਦੀ layers ਦੇ ਅੰਦਰ ਹੈ। sand and mud ਦੇ ਥੱਲੇ ਕਿਤੇ ਜਾ ਕੇ ਉਹ ਦਬੇ ਹੋਏ ਨੇ, ਬਹੁਤ ਥੱਲੇ। ਹੁਣ ਅਸੀਂ ਅੰਦਰ ਸਾਰੀ ਗੰਦਗੀ ਫੈਲਾਈ ਜਾਵਾਂਗੇ, ਉਹ ਵਿਚਾਰੇ ਬਾਹਰ ਕਿਸ ਤਰ੍ਹਾਂ ਨਿਕਲਣਗੇ ਤੇ ਉਹਨਾਂ ਦੇ ਰਿਮੇਨਸ ਕਿਵੇਂ ਆਣਗੇ?
ਜਸਟ ਇਮੇਜਿਨ ਉਹਦੇ ਉੱਤੇ ਇਹ ਸਾਰੇ ਦੇ ਉੱਤੇ ਅਸੀਂ ਪਲਾਸਟਿਕ ਹੀ ਪਲਾਸਟਿਕ ਸੁੱਟਿਆ ਹੋਇਆ ਹੈ। ਉਹ ਤੇ ਇੰਨੇ ਜਿਨ੍ਹਾਂ ਨਾਲ ਧੀਰੇ ਧੀਰੇ ਜਿਨ੍ਹਾਂ ਦੇ ਰਿਮੇਨਸ ਨਿਕਲਣੇ ਨੇ ਉਹ ਕਿਸ ਤਰ੍ਹਾਂ ਨਿਕਲਣਗੇ? ਜਦੋਂ ਅਸੀਂ ਸਾਰਾ ਗੰਦ ਫੈਲਾਇਆ ਹੋਇਆ ਹੈ ਇਨਸਾਈਡ ਦ ਰਿਵਰਸ, ਲੇਕਸ ਐਂਡ ਓਸ਼ਨਸ, ਰਾਈਟ? ਸਮਝ ਆਈ? Now you can see organic rich sediment. This is a dinosaur and a small fish. ठीक है? ਇਹ ਦੇਖੋ organic rich sediments ਜਿਹੜੇ ਥੱਲੇ ਹੀ ਥੱਲੇ ਨੇ। How will it surface up? Surface up means ਉੱਤੇ ਕਿਵੇਂ ਰਹੋ? ਠੀਕ ਹੈ ਨਾ? How they, because ਉਹ ਥੱਲੇ ਦਬੇ ਹੋਏ ਨੇ and we are polluting everything. ਇਹ ਹੁਣ ਕਿਸ ਤਰ੍ਹਾਂ ਇਹਦੇ ਰਿਮੇਨਸ ਜਿਹੜੇ ਉਹ ਥੱਲੇ ਨੇ ਨਾ, ਉਸੀ ਯੂ ਕੈਨ ਸੀ ਆਰਗੈਨਿਕ ਰਿਚ ਸੈਡੀਮੈਂਟਸ ਜਿਹੜੇ ਥੱਲੇ ਹਾਊ ਵਿਲ ਦੇ ਸਰਫੇਸ ਅਪ। ਹੁਣ ਆਪਾਂ ਕੀ ਕਹਿ ਰਹੇ ਕਿ ਓਵਰ ਮਿਲੀਅਨ ਆਫ ਇਅਰਸ ਸੈਡੀਮੈਂਟਸ ਆਰ ਬਰੀਡ ਰਿਚ ਡੀਪਰ ਐਂਡ ਡੀਪਰ। ਟੈਂਪਰੇਚਰ ਔਰ ਪ੍ਰੈਸ਼ਰ ਜਿਹੜਾ ਹੈਗਾ ਉਹ ਰਾਈਜ਼ ਕਰਦਾ ਹੈ, ਤਾਂ ਹੀ ਮਾਈਕਰੋ ਆਰਗੇਨਿਜ਼ਮਸ ਜਿਹੜੇ ਨੇ ਉਹ ਗੈਸ ਤੇ ਆਇਲ ਚ ਬਣਦੇ ਨੇ। ਅਗਰ ਟੈਂਪਰੇਚਰ ਰਾਈਜ਼ ਕਰੇ ਔਨ ਅ ਸਬਸਟੈਂਸ਼ੀਅਲ ਲੈਵਲ, ਵਾਟਸ दैट? ਸਹੀ ਤਰੀਕੇ ਨਾਲ ਅਗਰ ਆਪਣੇ ਆਪ ਟਾਈਡਸ ਬਣਨ, ਆਪਣੇ ਆਪ ਅਗਰ ਇਹ ਸਾਰਾ ਕਲੀਨ ਹੈਗਾ ਤਾਂ ਹੀ ਉਹਦਾ ਆਪਣੇ ਆਪ ਨੈਚੁਰਲ ਟੈਂਪਰੇਚਰ, ਬਿਕੋਜ਼ ਕਿਤੋਂ ਨੈਚੁਰਲ ਟੈਂਪਰੇਚਰ ਬਣੇਗਾ? ਯੈਸ, ਹੀਟ, ਅਗਰ ਹੀਟ ਸਨਰੇਜ਼ ਡਾਇਰੈਕਟਲੀ ਆएंगी ਤਾਂ ਹੀ ਹੋਏਗਾ ਪ੍ਰੋਸੈਸ ਆਫ ਵਾਟਰ ਸਾਈਕਲ, ਇਵੈਪੋਰੇਸ਼ਨ, ਕੰਡੈਂਸੇਸ਼ਨ, ਤਾਂ ਹੀ ਉਹ ਥੱਲੋਂ ਉੱਤੇ ਪਤੀਲੇ 'ਚ ਪਾਣੀ ਰੱਖਦੇ ਹੋ ਚਾਹੇ ਦਾ ਕਿਸ ਤਰ੍ਹਾਂ ਬੋਇਲ ਹੁੰਦਾ, ਗਰਮ ਹੁੰਦਾ ਤਾਂ ਹੀ ਉੱਤੇ ਥੱਲੇ ਹੁੰਦਾ ਹੈ ਨਾ, ਇਲਾਇਚੀ ਵਗੈਰਾ ਪਾਤੀ ਤਾਂ ਹੀ ਉਹ ਸਾਰੀ ਘੁਲਦੀ ਹੈ। ਸੇਮ ਇੱਧਰ ਧੁੱਪ ਹੋਏਗੀ, ਇਹਦੇ ਉੱਤੇ ਸਨਰੇਜ਼ ਵਿਲ ਪੈਨੀਟ੍ਰੇਟ ਥਰੂ ਦਿਸ ਵਾਟਰ, ਦੈਨ ਓਨਲੀ ਦ ਆਰਗੈਨਿਕ ਰਿਚ ਸੈਡੀਮੈਂਟਸ ਵਿਲ ਟਰਨ ਅਪ। ਠੀਕ ਹੈ? ਔਰ ਉਹਨਾਂ ਦੇ ਟੈਂਪਰੇਚਰ ਐਂਡ ਪ੍ਰੈਸ਼ਰ ਜਿਹੜਾ ਰਾਈਜ਼ ਹੋਏਗਾ ਤਾਂ ਮਾਈਕਰੋ ਆਰਗੈਨਿਜ਼ਮਸ ਜਿਹੜੇ ਸੈਡੀਮੈਂਟਸ ਦੇ ਥੱਲੇ ਨੇ ਦੇ ਵਿਲ ਟਰਨ ਇਨਟੂ ਗੈਸ ਐਂਡ ਆਇਲ। Now you can see this oil and gas move upward through tiny pores of rocks. ਇਹ ਦੇਖੋ ਇਹ ਕੀ ਹੈ? ਡਾਇਨਾਸੌਰ ਦਾ fossil trapped under impermeable layers of rock and that can be taken out using long powerful drills ਦੇ ਥਰੂ ਕੱਢਣਗੇ। ਪਰ ਕਿਸ ਤਰ੍ਹਾਂ ਕੱਢਣਗੇ? ਅਗਰ ਹੋਏਗਾ ਤਾਂ ਹੀ ਕੱਢਣਗੇ। ਅਗਰ ਇਹਦੇ ਉੱਤੇ ਪਹਿਲਾਂ ਹੀ ਸਾਰਾ ਪੋਲੀਥੀਨ ਦੀ ਲੇਅਰ ਜੰਮ ਗਈ ਹੈ, ਕੀ ਕੱਢਣਗੇ? ਪਹਿਲਾਂ ਤੇ ਪੋਲੀਥੀਨ ਚੱਕਣਗੇ ਤੇ ਉਹਦੇ ਥਰੂ ਹੀ ਕਿੰਨਾ ਕਰੂਡ ਆਇਲ ਨਿਕਲ ਆ ਕਹਿ ਨਹੀਂ ਸਕਦੇ। ਸੋ ਦਿਸ ਯੂ ਕੈਨ ਸੀ, ਦਿਸ ਇਜ਼ ਆਇਲ ਰਿੰਗ ਡਰਿਲ ਐਂਡ ਇਨਪਰਮੇਬਲ ਰੌਕ ਦੇ ਵਿੱਚੋਂ ਰਿਚ ਆਇਲ ਐਂਡ ਸੈਡੀਮੈਂਟ ਸੋਰਸ ਜਿਹੜਾ ਹੈਗਾ ਬਾਹਰ ਆਉਂਦਾ। Now you can see this crude oil is turned into jet engine oil, petrol, diesel, which are used in fuels in planes, cars. ਇਹ crude oil ਹੈਗਾ ਜਿਹੜਾ plane, ਕਾਰ ਨੂੰ ਚਲਾਉਂਦਾ ਹੈ। ਜਿਸ ਤਰ੍ਹਾਂ ਕਹਿੰਦੇ ਨਹੀਂ ਮੋਬਾਈਲ ਆਇਲ ਡਾਲ ਦੋ, ਉਹ ਮੋਬਾਈਲ ਆਇਲ ਕੀ ਚੀਜ਼ ਹੈਗੀ? crude oil ਹੈ। ਬਿਲਕੁਲ ਕਾਲਾ ਕਾਲਾ ਸਟਿਕੀ ਹੁੰਦਾ ਹੈ, that is the crude oil। ਕਹਿੰਦੇ ਨਾ ਮੇਰੇ ਜੇ ਮੋਟਰਸਾਈਕਲ 'ਚ ਆਵਾਜ਼ ਆ ਰਹੀ, ਕਾਰ ਦਾ ਇੰਜਨ 'ਚ ਆਵਾਜ਼ ਆ ਰਹੀ, crude oil ਦੀ ਜ਼ਰੂਰਤ ਹੈ, ਮੋਬਾਈਲ ਆਇਲ ਦੀ ਜ਼ਰੂਰਤ ਹੈ, ਕਿੱਥੋਂ ਆਉਂਦਾ? ਉਹ ਇਹੀ ਚੀਜ਼ ਹੈ। When oil and gas are burned, they release carbon dioxide gas into atmosphere. CO2 greenhouse gas contributes to global warming. ਤੇ ਸਿਰਫ global warming ਇੱਕ ਕਾਰ ਤੋਂ ਹੋਣੀ ਨਹੀਂ, ਹਜ਼ਾਰਾਂ ਦੀ ਤਾਦਾਦ ਤੇ ਹੈਗੀ ਨੇ। ਠੀਕ ਹੈ ਨਾ? ਜਿੰਨੀ ਜ਼ਿਆਦਾ CO2 ਰਿਲੀਜ਼ ਹੋ ਰਹੀ ਹੈ ਉਨੀ O2 that is oxygen ਘਟ ਰਹੀ ਹੈ, ਐਂਡ ਗ੍ਰੀਨ ਹਾਊਸ ਇਫੈਕਟ ਤੁਸੀਂ ਬਚਪਨ 'ਚ ਵੀ ਪੜ੍ਹਿਆ, ਵੱਧਦਾ ਜਾ ਰਿਹਾ। Now you can see this Carboniferous period 360 to 99 million years ago, tropical swamp, older rock layers. 360 to 299 years ago किस तरह सीगा, and you can see the clean, सिर्फ थोड़े छोटे छोटे पत्थर ने ते किस तरह swamps बन रही जा रही। ठीक है? But now you cannot see this type of clean thing. Jurassic period, ठीक है? 201 to 145 million year ago, dead plant turn into a peat. ये देखो, ये remains ने, इतने साल पहले इस डायनासोर के remains ने, ये सारे older rock layers से खले खले होकर उगते हैं।
This is how it is being deposited. Modern day. Heat and pressure. Heat turns into cold. Colder blocks होते हैं. Sediments ਜਿਹੜੀਆਂ ਨੇ ਜਿਹਦੇ ਵਿੱਚ fossils ਨੇ ਉਹ ਹੌਲੀ ਹੌਲੀ ਖਤਮ ਹੋ ਰਹੇ ਨੇ. Coal is burned for heat, that you know it. Burn to heat water. ठीक है. Turbines ਜਿਹੜੇ steam turbines ਨੇ बड़ी बड़ी factories ਚ steam turbines ਨੇ ਉਹ ਕਿਹਦੇ ਥਰੂ ਚੱਲਦੀਆਂ ਨੇ ਇਹਦੇ ਥਰੂ ਚੱਲਦੀਆਂ ਨੇ. ਫਿਰ ਕੀ ਪ੍ਰੋਡਿਊਸ ਹੁੰਦੀ ਹੈ ਇਲੈਕਟ੍ਰਿਸਿਟੀ ਬਿਜਲੀ. ਇੱਕ ਦਿਨ ਤੁਹਾਡਾ ਕੱਟ ਲੱਗ ਜਾ ਬੁਰੀ ਹਾਲਤ ਹੋ ਜਾਂਦੀ. And how many crores of homes are using electricity? बहुत सारे घਰਾਂ 'ਚ ਬਿਜਲੀ ਪ੍ਰੋਵਾਈਡ ਹੋ ਰਹੀ ਹੈ ਤੇ ਕਿੰਨਾ ਸਾਰਾ ਅਸੀਂ यूजेज अपनी रिन्यूएबल एंड नॉन रिन्यूएबल एनर्जी यूज कर रहे हैं, मोस्टली नॉन रिन्यूएबल. ठीक है ना. कोल इज चीप एंड लॉट्स ऑफ इट. कोल सानू लगता चीप हैगा. ਜਦੋਂ ਕੋਲ ਬਰਨ ਹੁੰਦਾ ਤਾਂ ਕੀ ਰਿਲੀਜ਼ ਹੁੰਦਾ ਹੈ ਕਾਰਬਨ ਡਾਈਆਕਸਾਈਡ. ਉਹਦੇ ਇਲਾਵਾ ਸਲਫਰ ਡਾਈਆਕਸਾਈਡ ਐਂਡ ਨਾਈਟ੍ਰੋਜਨ ਡਾਈਆਕਸਾਈਡ. ਬਹੁਤ ਜ਼ਹਿਰੀਲੀ ਗੈਸਸ ਰਿਲੀਜ਼ ਹੁੰਦੀਆਂ ਨੇ ਐਟਮੋਸਫੀਅਰ 'ਚ ਤੇ ਕੀ ਕਰਦੇ ਗਲੋਬਲ ਵਾਰਮਿੰਗ ਐਂਡ ਐਸਿਡ ਰੇਨ. ਜਦੋਂ ਐਸਿਡ ਰੇਨ ਧਰਤੀ ਤੇ ਪੈਂਦੀ ਹੈ ਅਸੀਂ ਤੇ ਬਚ ਜਾਂਦੇ ਉਹਦੇ ਤੋਂ. ਕਿੰਨੇ ਛੋਟੇ ਛੋਟੇ ਮਾਈਕਰੋਬਸ ਨੇ ਜਿਹੜੇ ਨਸ਼ਟ ਹੁੰਦੇ ਹੋਣੇ ਉਹਨਾਂ ਨੂੰ ਆਪਣਾ ਬਚਾਅ ਨਹੀਂ ਹੁੰਦਾ. ਨਿਊਕਲੀਅਰ ਰਿਐਕਸ਼ਨ, ਵਾਟਸ ਦੈਟ? Uranium and plutonium are nuclear fuels. Uranium or plutonium. Nuclear fuels ਜਿਹੜੇ ਨੇ ਉਹ harmful greenhouse effect produce ਨਹੀਂ ਕਰ ਰਹੇ. Nuclear power ਜਿਹੜੀ ਹੈਗੀ ਬਹੁਤ efficient ਹੁੰਦੀ ਹੈ. ਪਰ nuclear power plant ਕੀ ਚੀਜ਼ produce ਕਰਦੀ ਹੈ? Radioactive waves ਜੋ ਬਹੁਤ dangerous ਹੁੰਦੀਆਂ ਨੇ. ਉਹਨਾਂ ਨੂੰ ਰੇਡੀਓਐਕਟਿਵ ਜਿਹੜੀ ਰੇਜ਼ ਹੁੰਦੀਆਂ ਨੇ ਨਾ, ਕਈ ਵਾਰੀ ਕਹਿੰਦੇ ਨਹੀਂ ਕਿ ਜਦੋਂ ਐਕਸ-ਰੇ ਲੈਣ ਤੁਸੀਂ ਜਾਂਦੇ ਹੋ ਕਈ ਵਾਰੀ ਇੱਕ ਉਹ ਸ਼ੀਲਡ ਹੀ ਪਹਿਨਾ ਦਿੰਦੇ ਨੇ. ਠੀਕ ਹੈ ਨਾ. ਕਿਉਂ? ਕਿਉਂਕਿ ਰੇਡੀਓਐਕਟਿਵ ਵੇਵਸ ਅਗਰ ਬਾਡੀ ਨੂੰ ਟੱਚ ਕਰੇ ਅੰਦਰ ਸੈਲਸ ਮਲਟੀਪਲਾਈ ਬਹੁਤ ਤੇਜ਼ੀ ਨਾਲ ਹੋਣਗੇ. ਅਗਰ ਸੈਲਸ ਮਲਟੀਪਲਾਈ ਹੋਣ ਤੇ ਕੈਂਸਰ ਦੀ ਬਿਮਾਰੀ ਹੋ ਸਕਦੀ ਹੈ. ਠੀਕ ਹੈ. ਤੇ ਇਹਨਾਂ ਨੂੰ ਰੇਡੀਓਐਕਟਿਵ ਵੇਵਸ ਨੂੰ ਕੰਟੇਨਰਸ 'ਚ ਪਾ ਕੇ ਉਹਨਾਂ ਨੂੰ ਬਹੁਤ ਟਾਈਮ ਲੱਗਦਾ ਹੈ ਡਿਸਟਰੋਏ ਕਰਨ ਨੂੰ अगर न्यूक्लियर रिएक्शन हो. और बहुत थाउजेंड्स ऑफ ईयर्स लगते हैं इन्हें खत्म करने से. तो इस चीज़ का पता नहीं होना 1984 च भोपाल गैस ट्रेजेडी हुई सी. शायद कभी न्यूज़पेपर च पढ़िया हो. वो न्यूक्लियर पावर रिएक्शन ही होया सी जिहदे थ्रू हुई सी. बहुत सारी आबादी खत्म हुई सी. बहुत सारे लोग नष्ट हुए सी. बहुत सारी प्रॉब्लम हुई सी जस्ट बिकॉज एक गैस लीक हुई सी. ਅੱਜ ਵੀ ਕਦੀ ਤੁਸੀਂ ਨੈਟ ਤੇ ਚੈੱਕ ਕਰੋ ਭੋਪਾਲ ਗੈਸ ਟ੍ਰੈਜੇਡੀ, ਯੂ ਵਿਲ ਬੀ ਸਰਪ੍ਰਾਈਜ਼ਡ ਟੂ ਸੀ ਲੋਕਾਂ ਨੂੰ ਕਿੰਨੇ ਸਾਲ ਲੱਗ ਗਏ. ਉਹ ਡਿਸਟਰਕਸ਼ਨ ਨੇ ਅੱਧੀ ਦੁਨੀਆ ਦੀ ਸ਼ਕਲਾਂ ਖਰਾਬ ਕਰਤੀ. ਰਾਈਟ. ਸੋ ਅਗਰ ਨਿਊਕਲੀਅਰ ਰਿਐਕਸ਼ਨ ਹੋ ਜਾਏ ਤੇ ਬਹੁਤ ਸਾਰੀ ਪ੍ਰੋਬਲਮ ਹੋ ਸਕਦੀ. ਨਾਓ ਰਿਨਿਊਏਬਲ એનર્ਜੀ, ਜੀਓਥਰਮਲ, biofuel, solar, wind and hydroelectric. All this is renewable energy. ਇਹ ਅਸੀਂ renew ਹੁੰਦੀ ਰਹਿੰਦੀ. Geothermal, what is that? ਹੁਣੇ ਦੱਸਿਆ ਸੀਗਾ. Geothermal energy. Thermal energy ਦੇ through produce ਹੁੰਦੀ ਹੈ. So through sun rays. Biofuel ਹੁੰਦੇ ਨੇ. Solar energy ਕਿਥੋਂ produce ਹੁੰਦੀ ਹੈ? Through sun rays. Wind is a wind energy. ठीक है. Hydroelectric energy, dams. ठीक है. So all these are renewable. ਜਿਹੜੇ ਬਹੁਤ ਸਾਰੇ ਵਿੰਡ ਮਿਲਸ ਹੁੰਦੇ ਨੇ ਉਹਨਾਂ ਨੂੰ ਵਿੰਡ ਟਰਬਾਈਨਸ ਕਹਿੰਦੇ ਨੇ. ਜਦੋਂ ਵਿੰਡ ਚੱਲਦੀ ਹੈ ਤਾਂ ਬਲੇਡਸ ਉਹਦੇ ਮੂਵ ਕਰਦੇ ਨੇ ਟਰਬਾਈਨ ਦੇ ਥਰੂ ਤੇ ਉਹ ਜਨਰੇਟ ਕਰਦੀ ਇਲੈਕਟ੍ਰਿਸਿਟੀ. ਠੀਕ ਹੈ. ਵਿੰਡ ਫਾਰਮਸ, ਬਹੁਤ ਸਾਰੇ ਫਾਰਮਸ ਤੁਸੀਂ ਕਈ ਵਾਰੀ ਦੇਖੇ ਹੋਣੇ, ਮੋਸਟਲੀ ਮੋਗਾ ਸਾਈਡ ਤੇ ਵੀ ਲੱਗੇ ਹੋਏ ਨੇ. ਠੀਕ ਹੈ. ਉਹਨਾਂ ਨੂੰ ਮੋਸਟਲੀ ਕਿਹੋ ਜਿਹੀ ਜਗ੍ਹਾ ਤੇ ਹੁੰਦਾ ਵਿੰਡੀ ਏਰੀਆ, ਉਹਨਾਂ ਨੂੰ ਰੇਗਿਸਤਾਨ 'ਚ ਨਹੀਂ ਰੱਖਿਆ ਜਾਏਗਾ, ਉਹਨਾਂ ਰੇਤ ਉਡਾ ਦੇਣੀ. ਉਹੋ ਜਿਹੀ ਜਗ੍ਹਾ ਤੇ ਹੁੰਦੇ ਨੇ ਜਿੱਥੇ ਬਹੁਤ ਸਾਰੀ ਵਿੰਡ ਚੱਲਦੀ ਹੋਵੇ. ਦੇयर इज दैट मूव थ्रू विंड एनर्जी.
सोलर पैनल कितों चलते ने सनलाइट सोलर एनर्जी हमेशा सनलाइट तो होंगी है ठीक है सोलर एनर्जी जी ने वो हीट एंड इलैक्ट्रिसिटी नैचुरली सूरज हैगा तो सारी हीट इलैक्ट्रिसिटी होएगी ठीक है सोलर पैनल्स जिहड़े ने ਉਹਦੇ ਵਿੱਚ ਵੀ ਪਾਣੀ ਹੁੰਦਾ ਹੈ ਉਹਦੇ ਵਿੱਚ ਪਾਣੀ ਹੁੰਦਾ ਜਿਹੜਾ ਹੀਟ ਕਰਦਾ ਹੈ ਉਹ ਤੋਂ એનર્ਜੀ ਪ੍ਰੋਡਿਊਸ ਹੁੰਦੀ ਹੈ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਹੈ ਫੋਟੋਵੋਲਟਾਇਕ ਸੈਲਸ ਉਹਦੇ ਵਿੱਚ ਉਹ ਜੇ ਸੈਲਸ ਲੱਗੇ ਹੁੰਦੇ ਨੇ ਜਿਹਨੂੰ ਕਹਿੰਦੇ ਨੇ ਫੋਟੋਵੋਲਟਾਇਕ ਸੈਲਸ ਆਰ ਯੂਜ਼ਡ ਟੂ ਟਰਨ ਸਨਲਾਈਟ ਇਨਟੂ ਇਲੈਕਟ੍ਰਿਸਿਟੀ ਠੀਕ ਹੈ ਜਦੋਂ ਹੀਟ ਹੁੰਦਾ ਹੈ ਉਹਦੇ ਵਿੱਚ ਛੋਟੇ ਛੋਟੇ ਸੈਲਸ ਬਣੇ ਹੁੰਦੇ ਨੇ ਉਹਨੂੰ ਬੋਲਦੇ ਨੇ ਫੋਟੋਵੋਲਟਾਇਕ ਸੈਲ ਜਿਹੜੇ ਉਹਦੇ ਟਰਾਂਸਮਿਟ ਹੁੰਦੇ ਨੇ ਤਾਂ એનર્ਜੀ ਪ੍ਰੋਡਿਊਸ ਹੁੰਦੀ ਹੈ ਇਲੈਕਟ੍ਰਿਸਿਟੀ ਬਣਦੀ ਹੈ ਸੋਲਰ ਪੈਨਲਸ ਮੋਸਟਲੀ ਲੋਕਾਂ ਨੇ ਬਿਲਡਿੰਗ ਦੀ ਰੂਫਸ ਦੇ ਉੱਤੇ ਹੀ ਰੱਖੇ ਹੁੰਦੇ ਨੇ ਠੀਕ ਹੈ ਐਕਸਪੈਂਸਿਵ ਬਹੁਤ ਹੁੰਦੇ ਨੇ ਕਈ ਲੋਕੀ ਅਫੋਰਡ ਕਰਦੇ ਨੇ ਘਰ ਦੀ ਛੱਤ ਦੇ ਉੱਤੇ ਰੱਖੇ ਹੁੰਦਾ ਪਾਣੀ ਨਾਲ ਭਰੇ ਹੁੰਦੇ ਨੇ ਛੋਟੇ ਸੈਲਸ ਹੁੰਦੇ ਨੇ ਉਹਦੇ ਵਿੱਚ ਠੀਕ ਹੈ ਤੇ ਉਹ ਜਦੋਂ ਸਨਲਾਈਟ ਆਉਂਦੀ ਹੈ ਉਹ ਗਰਮ ਹੁੰਦਾ ਤੇ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਹੈ ਬਾਕੀ ਉਹਨੇ ਟਰਬਾਈਨਸ ਥਰੂ ਅੰਦਰ ਕਨੈਕਟ ਕੀਤਾ ਹੁੰਦਾ ਹੈ ਚੱਲਦਾ geothermal energy is heat energy from earth now ਇਹ ਦੇਖ ਲਓ ਕਿਸ ਤਰ੍ਹਾਂ ਹੁੰਦਾ ਹੈ ਕੀ ਲੱਗਿਆ ਹੁੰਦਾ ਹੈ you have seen this many times ਠੀਕ ਹੈ water can be pumped down into hot rock where it is heated geothermal energy can be used to produce heat and electricity ਇਹ ਦੇਖੋ वाटर इस तरह हीट होंगे कूलिंग टावर्स लगे ने कोल्ड वाटर इधर जा रहे हैं हॉट वाटर स्टीम के थ्रू टरबाइन एंड जनरेटर लगे है ਉਹਦੇ ਥਰੂ ਇਹਦੇ ਵਿੱਚ ਸਾਰਾ એનર્ਜੀ ਜਾ ਰਹੀ ਹੈ ਇਲੈਕਟ੍ਰਿਸਿਟੀ ਜਾ ਰਹੀ ਹੈ ਜਿਹੜੇ ਸਾਡੇ ਘਰਾਂ ਨੂੰ ਵੀ ਪ੍ਰੋਵਾਈਡ ਹੁੰਦੀ ਹੈ ਜਿਹੜੀ ਜਗ੍ਹਾ ਆਈਸਲੈਂਡ ਹੈ ਬਰਫੀਲਾ ਇਲਾਕਾ ਉੱਥੇ ਬਹੁਤ ਸਾਰੀ ਵੋਲਕੈਨਿਕ એનર્ਜੀ ਹੁੰਦੀ ਕਿਉਂਕਿ ਉਹ ਸਾਰਾ ਹੀ ਠੰਡਾ ਇਲਾਕਾ ਹੈ ਉੱਥੇ ਬਹੁਤ ਸਾਰੀ ਜੀਓਥਰਮਲ એનર્ਜੀ ਦੀ ਯੂਜ਼ੇਜ ਹੁੰਦੀ ਹੈ Next is hydroelectric power. वो की होंदी है? Is a way of harnessing energy from running water. जिसमें reservoir लगे होंगे ने hydroelectric dam. चलदा पानी running water मतलब चलदा पानी. दरिया ਦੇ ਨਾਲ ਹੀ ਕਨੈਕਟਡ ਹੁੰਦਾ ਠੀਕ ਹੈ ਨਾ ਡੈਮਸ ਦੇ ਨਾਲ ਜਿਹੜੇ ਹੁੰਦੇ ਨੇ ਉਹ ਵਾਟਰ ਜਿਹੜਾ ਹੈਗਾ ਰਿਜ਼ਰਵਾਇਰ 'ਚ ਵੀ ਕਈ ਵਾਰੀ ਸਟੋਰ ਹੁੰਦਾ ਉਹਦੇ ਇਲਾਵਾ ਇਲੈਕਟ੍ਰਿਸਿਟੀ ਜਦੋਂ ਹੁੰਦੀ ਹੈ ਉੱਧਰ ਜਦੋਂ ਵੀ ਬਿਜਲੀ ਦੀ ਜ਼ਰੂਰਤ ਹੁੰਦੀ ਤਾਂ ਉਹ ਡੈਮ ਚਲਾ ਦਿੰਦੇ ਨੇ ਪਾਣੀ ਰਿਲੀਜ਼ ਕਰ ਦਿੰਦੇ ਨੇ ਠੀਕ ਹੈ ਜਿਹੜਾ ਕਿ ਫਲੋ ਕਰਦਾ ਡਾਊਨਵਰਡਸ ग्रेविटी नाल स्पिन होके ए देखो इस तरह करके फ्लो होंदा है ए भी नेचुरली एक्सपेंसिव होंदे ने ते वाइल्ड लाइफ नु किस तरह इफेक्ट करदे ने डैम्स किवें बनदे ने दस्सिया सीगा यस ते वाइल्ड लाइफ इफेक्ट बेचारे जंगली जानवर कितने जान आपा करी इस तरह करांगे नहीं वो जानवर कितने जाओ चलो जी घर चार चीते पाल ली ठीक है ना जूस च चले जांदे ने जू बच जांदे ने सो एदे थ्रू बेशक ये चीज़ जरूरी है बट ये थ्रू कि चीज़ की कटाई हो रही है जंगलों की डिफॉरेस्टेशन ये थ्रू बढ़ रही है बायोफ्यूल्स कितों बनते हैं मेड फ्रॉम क्रॉप्स ठीक है ਇਹ भी कार्बन न्यूट्रल गैस जी हैगी कार्बन डाइऑक्साइड तो ऑब्जर्व हो जाते हैं कार्बन डाइऑक्साइड दे ग्रो एंड दे गिव ऑफ कार्बन डाइऑक्साइड व्हेन दे आर बर्नड हाउएवर फॉसिल फ्यूल्स आर यूज्ड इन द प्रोडक्शन ऑफ बायोफ्यूल फॉसिल फ्यूल जिहड़े ने वो यूज हो रहे हैं इन द प्रोडक्शन ऑफ बायोफ्यूल फॉर एग्जांपल मेकिंग फर्टिलाइजर्स दे आर नॉट कार्बन न्यूट्रल क्रॉप्स फॉर बायोफ्यूल कैन बी यूज्ड फॉर फीड टू फीड पीपल इंस्टेड ਇਹ ਬਾਇਓਫਿਊਲ ਦੇ ਥਰੂ ਹੀ ਫਰਟੀਲਾਈਜ਼ਰ ਬਣਦੇ ਨੇ ਜਿਹਨਾਂ ਨੂੰ ਬਾਅਦ ਚ ਫਰਟੀਲਾਈਜ਼ਰ ਨੂੰ ਅਸੀਂ ਕਿੱਥੇ ਛਿੜਕਦੇ ਨੇ ਆਪਣੇ ਖੇਤਾਂ 'ਚ ਤੇ ਉਹ ਫਰਟੀਲਾਈਜ਼ਰ ਦੇ ਥਰੂ ਜਿਹੜੀ ਕ੍ਰੌਪ ਉਗਦੀ ਉਹੀ ਅਸੀਂ ਖਾ ਰਹੇ ਹਾਂ ਸੋ ਇਹ ਚੀਜ਼ ਜਿਹੜੀ ਬਾਇਓਫਿਊਲਸ ਨੇ ਉਹ ਕ੍ਰੌਪਸ ਨੂੰ ਦੇ ਯੂਜ਼ੇਜ 'ਚ ਆਉਂਦੀ ਹੈ ਠੀਕ ਹੈ ਲੱਗਿਆ ਭਲਾ now you can see this also किस तरह energy पिक्चर है इससे पेलूडो दी डाइस बना दी ਇਹਨੂੰ ਵੀ ਦੇਣਾ ਕਰ ਕਿਸੇ ਤਰ੍ਹਾਂ ਦੀ ਹੀਟ ਪ੍ਰੋਡਿਊਸ ਹੋਣੀ ਇਹ ਦੋਸਤਾਂ ਦੀ ਪਿਕਚਰ ਬਣਾ ਤਾਂ ਹੀ ਰੱਖਦੇ ਨੇ ਜ਼ਿਆਦਾ ਇਲੈਕਟ੍ਰਿਸਿਟੀ ਹੋਵੇ ठीक है समझ आ रही बेटा Have a look at some इतने आप चीजें करके खुद ही देखना है Have a look at some electrical appliances around classroom और school है सारे किसके थ्रू चल रहे हैं बिजली इलेक्ट्रिसिटी
ठीक है। अगर देखो एनर्जी रेटिंग कभी घरे देखना कि एनर्जी एफिशिएंट आप लगाए ना 5 स्टार वाला फ्रिज है 8 स्टार वाला एनर्जी एफिशिएंट होंदी है ना ਇਹ ਸਭ ਤੋਂ ਵੱਡੀ ਜ਼ਰੂਰਤ ਸਾਡੀ ਇਹ ਵੀ ਅਗਰ ਲਾਈਟ ਨਾ ਹੋਵੇ ਹਾਏ ਮੇਰਾ ਫੋਨ ਕਿਵੇਂ ਚਾਰਜ ਹੋਏਗਾ ਠੀਕ ਹੈ ਉਹਦੇ ਥਰੂ ਕੰਪਿਊਟਰਸ ਟੋਸਟਰਸ ਵਾਸ਼ਿੰਗ ਮਸ਼ੀਨ ਬਲਬਸ ਕੈਟਲ ਬਲਬਸ ਮਤਲਬ ਹਰ ਇੱਕ ਚੀਜ਼ ਦੀ ਸਾਨੂੰ ਹਾਊ ਮਚ ਪਾਵਰ ਵਾਟ ਦੇ ਵਿੱਚ ਹੀ ਹੁੰਦਾ ਹੈ એનર્ਜੀ ਜੂਲਸ ਹੁੰਦੀ ਹੈ ਤੇ ਕਿੰਨੇ ਟਾਈਮ ਲੱਗਦਾ ਹੈ ਚਾਰਜ ਕਰਨ ਚ ਰੀਚਾਰਜ ਕਰਨ ਤੇ ਕਿੰਨੀ ਸਾਰੀ ਬਿਜਲੀ हर एक इंसान है सारा कुछ यूज करते हैं हाउ मच एनर्जी वी आर कंज्यूमिंग सोच के अपने आप ही देखो ऐ देख लो कितने कितने वॉट देख लो हाउ मच एनर्जी यू ऑल आर यूजिंग ठीक है यह चीज नोट करो कितना फिर भी बचे दिस इज पर पर्सन पर हाउस मेरा कहने का यह मतलब है कि पर हाउस पर पर्सन कि हाउ मच एनर्जी वी आर यूजिंग ठीक है समझ आई एवरीडे प्रोडक्ट्स ਜਿਹੜੇ ਨੇ ਜਿਵੇਂ फूड कंटेनर स्मार्टफोन कंप्यूटर ठीक है इन्हां विच भी लॉट ऑफ एनर्जी टू प्रोड्यूस रीसाइकल ਜਿਹੜਾ रीसाइकलिंग मशीन्स है ਉਹਦੇ ਵਿੱਚ ਵੀ એનર્ਜੀ ਦੀ ਹੀ ਯੂਜ਼ੇਜ ਹੁੰਦੀ ਹੈ ठीक है अमाउंट ऑफ एनर्जी you save depends on the product but it is always worth recycling ਹੁਣ ਅਸੀਂ ਇਹ ਚੀਜ਼ ਲੈ ਲਈ ਕੈਨ ਟੋਮੈਟੋਜ਼ ਲੈ ਲਏ ਔਰ ਉਹਨੂੰ ਰੀਸਾਈਕਲ ਐਲੂਮੀਨੀਅਮ ਕੈਨ ਠੀਕ ਹੈ ਫਿਰ ਇਹ ਲੈ ਲਿਆ ਰੀਸਾਈਕਲ ਗਲਾਸ ਕੈਨ ਪਰ ਜਿਹੜੀ ਰੀਸਾਈਕਲਿੰਗ ਮਸ਼ੀਨਸ ਨੇ ਜਿਹੜਾ ਕਹਿੰਦੇ ਕਿ ਵੀ ਰੀਸਾਈਕਲ ਮਸ਼ੀਨ ਕਿਤੇ ਲੱਗੀ ਹੈ ਉਹ ਵੀ ਤੇ ਕਿਸੇ ਬਿਜਲੀ ਨਾਲ ਹੀ ਚੱਲਦੀ ਹੈ ਆਪਾਂ ਕੈਨ ਨੂੰ ਐ ਕਰਕੇ ਤੇ ਵੀ ਕ੍ਰਸ਼ ਕਰ ਕਿਸੇ ਮਸ਼ੀਨ ਨਾਲ ਬਿਜਲੀ ਨਾਲ ਚੱਲਦੀ ਹੈ ਦਿਸ ਇਜ਼ ਵਾਟ ਆਈ ਵਾਂਟਡ ਟੂ ਟੈਲ ਯੂ ਤਾਂ ਹੀ ਮੈਂ ਇਹ ਚੀਜ਼ ਬਣਾਈ ਸੀ ਸਮਝ ਆ ਗਈ ਪੱਕਾ